ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਇੰਟਰਪੋਲੇਸ਼ਨ। ਬੱਚੇ ਸਾਡੇ ਕੋਲ BCA BSc ਨੂਮੈਰੀਕਲ ਮੈਥਡ, ਨੂਮੈਰੀਕਲ ਐਨਾਲਿਸਿਸ ਐਂਡ ਕੰਪਿਊਟਰ ਓਰੀਐਂਟਡ ਨੂਮੈਰੀਕਲ ਮੈਥਡ ਸਬਜੈਕਟਸ ਦੇ ਵਿੱਚ ਟੌਪਿਕ ਦੇਖਣ ਨੂੰ ਮਿਲਦਾ। ਅੱਜ ਪਹਿਲਾਂ ਅਸੀਂ ਇਸ ਦੇ ਬਾਰੇ ਜਾਣਾਂਗੇ ਕਿ ਸਿੰਪਲ ਇੰਟਰਪੋਲੇਸ਼ਨ ਹੁੰਦਾ ਕੀ ਹੈ ਜਾਂ ਐਕਸਟਰਾਪੋਲੇਸ਼ਨ ਕੀ ਹੁੰਦੀ ਆ। ਇਹਦੀ ਡੈਫੀਨੇਸ਼ਨ ਸਾਨੂੰ ਸ਼ਾਰਟ ਦੇ ਵਿੱਚ ਮਿਲ ਜਾਂਦੀ ਆ ਐਂਡ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਮੇਨ ਜੋ ਕੰਸੈਪਟ ਯੂਜ਼ ਹੋਣਗੇ ਡਿਫਰੈਂਸ ਅਤੇ ਉਹਨਾਂ ਦੇ ਬਾਰੇ ਜਾਣਾਂਗੇ। ਸੋ ਅੱਜ ਅਸੀਂ ਸਿਰਫ ਇਸ ਵੀਡੀਓ 'ਚ ਬੇਸਿਕ ਸਿੱਖਣ ਵਾਲੇ ਹਾਂ। ਸਭ ਤੋਂ ਪਹਿਲਾਂ ਡੈਫੀਨੇਸ਼ਨ ਰੀਡ ਕਰਦੇ ਹਾਂ ਬੱਚੇ। ਇੰਟਰਪੋਲੇਸ਼ਨ ਇਜ਼ ਦੀ ਆਰਟ ਆਫ ਰੀਡਿੰਗ ਬਿਟਵੀਨ ਦੀ ਲਾਈਨਸ ਇਨ ਅ ਟੇਬਲ ਐਂਡ ਮੇ ਬੀ ਰਿਗਾਰਡਡ ਐਜ਼ ਅ ਸਪੈਸ਼ਲ ਕੇਸ ਆਫ ਦੀ ਜਨਰਲ ਪ੍ਰੋਸੈਸ ਆਫ ਕਰਵ ਫਿਟਿੰਗ। ਦੇਖੋ, ਜਦੋਂ ਅਸੀਂ ਮੈਥਾਮੈਟੀਕਲ ਲੈਂਗੁਏਜ ਪੜ੍ਹਦੇ ਹਾਂ, ਜਦ ਉਹਨਾਂ ਦੀ ਡੈਫੀਨੇਸ਼ਨ ਪੜ੍ਹਦੇ ਹਾਂ, ਸਾਨੂੰ ਬਹੁਤ ਟਾਈਮ ਇਹ ਲੱਗਦਾ ਬੱਚੇ ਬਹੁਤ ਟਿਪੀਕਲ ਆ, ਸਾਡੇ ਉੱਪਰ ਦੀ ਜਾ ਰਹੀ ਹੈ। ਦੇਖੋ, ਜੇ ਅਸੀਂ ਇਹਨੂੰ ਸਿੰਪਲ ਵੇ ਐਗਜ਼ਾਮਪਲ ਦੇ ਥਰੂ ਸਮਝਾਂਗੇ ਤਾਂ ਇਹੀ ਡੈਫੀਨੇਸ਼ਨ ਸਾਡੇ ਲਈ ਬਹੁਤ ਈਜ਼ੀ ਬਣ ਜੂਗੀ। ਕਹਿੰਦੇ ਜਦੋਂ ਵੀ ਕੋਈ ਡਾਟਾ ਸਾਨੂੰ ਟੇਬਲ ਦੀ ਫੋਰਮ ਦੇ ਵਿੱਚ ਦਿੱਤਾ ਹੁੰਦਾ, ਮੰਨ ਲਓ ਟੇਬਲ ਉਹ ਸਾਡੇ ਕੋਲ ਰੋ ਫਾਰਮੈਟ ਮਤਲਬ ਇਸ ਫੋਰਮ ਦੇ ਵਿੱਚ ਵੀ ਹੋ ਸਕਦਾ ਅਤੇ ਇਸ ਤਰ੍ਹਾਂ ਵੀ ਹੋ ਸਕਦਾ। ਹੁਣ ਕਹਿੰਦੇ ਜਦੋਂ ਅਸੀਂ ਇਹਦੇ ਵਿੱਚ ਸਾਨੂੰ ਕੋਈ ਟੇਬਲ ਦੇ ਵਿੱਚ ਵੈਲਿਊ ਦੇ ਦਿੱਤੀ, ਮੰਨ ਲਓ x1 ਹੈ, x0, x2, x3 ਅਤੇ ਇਹਨਾਂ ਦੇ ਕੋਰਸਪੋਂਡਿੰਗ ਸਾਨੂੰ y0, y1 ਜਿਨ੍ਹਾਂ ਨੂੰ ਵਿੱਚ ਅਸੀਂ ਫੰਕਸ਼ਨ ਵੈਲਿਊਜ਼ ਬੋਲਦੇ ਨੇ ਕਿ ਐਫ ਫੰਕਸ਼ਨ ਦੀ x0 ਤੇ ਵੈਲਿਊ ਕਿੰਨੀ ਆ, ਫੰਕਸ਼ਨ ਦੀ fx2 ਤੇ ਵੈਲਿਊ ਕਿੰਨੀ ਆ, ਫੰਕਸ਼ਨ ਦੀ fx3 ਟਾਈਮ ਵੈਲਿਊ ਕਿੰਨੀ ਆ। ਮੰਨ ਲਓ ਸਾਨੂੰ ਕੁਛ ਡਾਟਾ ਦਿੱਤਾ ਹੋਇਆ, ਜਿਵੇਂ ਐਗਜ਼ਾਮਪਲ ਲੈ ਲਓ ਕਿਸੇ ਈਅਰ ਦੇ ਵਿੱਚ ਕਿੰਨੀ ਕੋਈ ਕੰਪਨੀ ਪ੍ਰੋਡਕਸ਼ਨ ਕਰ ਰਹੀ ਆ, ਦੂਸਰੇ ਈਅਰ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਕਰ ਰਹੀ ਆ, ਜਾਂ ਫਸਟ ਕਲਾਸ ਦੇ ਵਿੱਚ ਇੰਨੇ ਸਟੂਡੈਂਟ ਨੇ, ਸੈਕਿੰਡ ਕਲਾਸ ਦੇ ਵਿੱਚ ਇੰਨੇ ਸਟੂਡੈਂਟਸ ਨੇ। ਕੋਈ ਵੀ ਡਾਟਾ ਜੋ ਬੱਚੇ ਸਾਨੂੰ ਟੇਬਲ ਦੀ ਫੋਰਮੈਟ ਦੇ ਵਿੱਚ ਦਿੱਤਾ ਹੁੰਦਾ, ਉਹਦੇ ਉੱਤੇ ਹੁਣ ਜੋ ਵੀ ਅਸੀਂ ਆਪਰੇਸ਼ਨ ਪ੍ਰੋਸੈਸ ਕਰਨੇ ਆ ਉਹਦੇ ਵਿੱਚ ਸਾਨੂੰ ਇੰਟਰਪੋਲੇਸ਼ਨ ਹੈਲਪ ਕਰਦੀ ਆ। ਹੁਣ ਇਹਦੀ ਇੰਟਰਪੋਲੇਸ਼ਨ ਕਿਵੇਂ ਹੈਲਪ ਕਰਦੀ ਆ? ਕਹਿੰਦੇ ਜਦੋਂ ਅਸੀਂ ਆਪਣਾ ਟੇਬਲ ਦੇਖਿਆ x0 ਤੋਂ x3 ਤੱਕ, ਮੰਨ ਲਓ ਸਾਡੀ ਰੇਂਜ ਆ x0 ਤੋਂ x3, ਮੰਨ ਲਓ 99 ਤੋਂ ਲੈ ਕੇ 2001 ਤੱਕ ਕੁਛ ਵੀ ਸਾਨੂੰ ਈਅਰ ਦੀ ਫੋਰਮ 'ਚ ਜਦੋਂ ਵੀ ਬੱਚੇ ਸਾਨੂੰ ਕਹਿੰਦੇ ਜਿਹੜੇ ਆਹ ਵਾਲੀਆਂ ਵੈਲਿਊਜ਼ ਨੇ x0 x1 ਇਹ ਡਿਸਕਰੀਟ ਫੋਰਮ 'ਚ ਨੇ। ਡਿਸਕਰੀਟ ਫੋਰਮ ਦਾ ਮਤਲਬ ਜੇ ਅਸੀਂ ਗ੍ਰਾਫ ਦੇ ਉੱਤੇ ਇਹਨਾਂ ਨੂੰ ਡਰਾ ਕਰਨਾ ਚਾਹੀਏ, ਅਸੀਂ ਪੁਆਇੰਟ ਲੈਂਦੇ ਹਾਂ, 1 ਲੈ ਲਿਆ, 2 ਲੈ ਲਿਆ, 3 ਲੈ ਲਿਆ, ਬਟ ਸਾਨੂੰ ਪਤਾ ਕਿ 1 ਤੋਂ 2 ਦੇ ਵਿੱਚ ਇਨਫਾਨਾਈਟ ਮੈਨੀ ਰੀਅਲ ਨੰਬਰ ਸਾਡੇ ਕੋਲ ਐਗਜ਼ਿਸਟ ਕਰਦੇ ਆ। ਹੁਣ ਜੇ ਇਹਦੇ ਵਿੱਚ ਇਨਫਾਨਾਈਟ ਰੀਅਲ ਨੰਬਰ ਨੇ, ਅਸੀਂ ਹਰੇਕ ਵੈਲਿਊ ਦੇ ਲਈ ਤਾਂ ਫੰਕਸ਼ਨ ਦੀ ਵੈਲਿਊ ਚੈੱਕ ਨਹੀਂ ਕੀਤੀ, ਤਾਂ ਕਿਸੇ ਵੀ ਪੁਆਇੰਟ ਜੋ ਬੱਚੇ x ਤੋਂ ਲੈ ਕੇ x0 ਤੋਂ ਲੈ ਕੇ ਇਹਦੀ ਲਾਸਟ ਬਾਊਂਡ x3 x4 ਜਾਂ xn ਤੱਕ, ਇਹਦੇ ਵਿੱਚੋਂ ਕੋਈ ਵੀ ਅਨਟੈਬੂਲੇਟਡ ਡਾਟਾ ਅਤੇ ਅਨਟੈਬੂਲੇਟਡ ਵੈਲਿਊ ਅਤੇ ਫੰਕਸ਼ਨ ਦੀ ਵੈਲਿਊ ਜੋ ਅਸੀਂ ਫਾਈਂਡ ਕਰਦੇ ਹਾਂ ਉਹਨੂੰ ਹੀ ਕੀ ਬੋਲਿਆ ਜਾਂਦਾ ਬੱਚੇ ਇੰਟਰਪੋਲੇਸ਼ਨ। ਦੁਬਾਰਾ ਦੱਸਦੀ ਹਾਂ, ਕਹਿੰਦੇ ਜਦੋਂ ਸਾਨੂੰ ਕੋਈ ਟੇਬਲ ਦਿੱਤਾ ਹੋਇਆ, ਟੇਬਲ ਦੇ ਵਿੱਚ ਸਾਡੇ ਕੋਲ ਵੇਰੀਏਬਲ ਦੀ ਰੇਂਜ x0 ਤੋਂ xn ਤੱਕ ਆ। ਇਸ ਵੇਰੀਏਬਲ ਦੇ ਵਿੱਚ ਇਸ ਰੇਂਜ ਦੇ ਵਿੱਚ ਉਹ ਵੈਲਿਊ ਜੋ ਸਾਨੂੰ ਟੇਬਲ 'ਚ ਗਿਵਨ ਨਹੀਂ ਹੈਗੇ, ਮੰਨ ਲਓ ਜਿਵੇਂ ਇੱਥੇ x1 ਗਿਵਨ ਆ, x0 ਤੋਂ x1 ਦੇ ਵਿੱਚੋਂ ਕੋਈ ਵੀ ਵੈਲਿਊ ਤੁਹਾਨੂੰ ਦੇਤੀ, ਉਹਦੇ ਉੱਤੇ ਫੰਕਸ਼ਨ ਕੀ ਹੋਏਗਾ, ਫੰਕਸ਼ਨ ਦੀ ਵੈਲਿਊ ਕੀ ਹੋਏਗੀ, ਇਹੀ ਤੁਸੀਂ ਫਾਈਂਡ ਕਰਨੀ ਹੈ। ਅਤੇ ਇਹੀ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ ਬੱਚੇ? ਇੰਟਰਪੋਲੇਸ਼ਨ ਬੋਲਦੇ ਹਾਂ। ਕਿਸੇ ਟਰਮ ਦੇ ਵਿੱਚੋਂ ਕੋਈ ਵੈਲਿਊ ਨੂੰ ਅਸੀਂ ਫਾਈਂਡ ਕਰਨਾ। ਹੁਣ ਇੱਕ ਹੋਏਗਾ ਸੈਕਿੰਡ ਟਰਮ ਐਕਸਟਰਾਪੋਲੇਸ਼ਨ। ਮੰਨ ਲਓ ਇਸ ਰੇਂਜ ਤੋਂ ਮੈਂ ਤੁਹਾਨੂੰ ਬਾਹਰ ਕੁਝ ਫਾਈਂਡ ਕਰਨ ਦੇ ਲਈ ਕਹਾਂ, xn ਤੋਂ ਬਾਹਰ ਦੀ ਕੋਈ ਟਰਮ, ਇਹਦੇ ਉੱਤੇ ਫੰਕਸ਼ਨ ਦੀ ਵੈਲਿਊ ਕੀ ਹੋਊਗੀ? ਜਦੋਂ ਅਸੀਂ ਆਪਣੀ ਰੇਂਜ ਤੋਂ ਬਾਹਰ ਚਲੇ ਜਾਵਾਂਗੇ ਉਹਨੂੰ ਕੀ ਬੋਲਾਂਗੇ ਬੱਚੇ? ਐਕਸਟਰਾਪੋਲੇਸ਼ਨ ਬੋਲਾਂਗੇ। ਸੋ ਇੰਟਰਪੋਲੇਸ਼ਨ ਕੀ ਹੁੰਦੀ ਆ? ਜਦੋਂ ਵੀ ਸਾਨੂੰ ਟਰਬੂਲੇਟਡ ਫਾਰਮ ਦੇ ਵਿੱਚ ਡਾਟਾ ਦਿੱਤਾ ਹੁੰਦਾ, ਉਹਦੇ ਵਿੱਚੋਂ ਕਿਸੇ ਵੀ ਅਨਟੈਬੂਲੇਟਡ ਵੇਰੀਏਬਲ ਦੇ ਲਈ ਫੰਕਸ਼ਨ ਦੀ ਵੈਲਿਊ ਨੂੰ ਚੈੱਕ ਕਰਨਾ, ਫਾਈਂਡ ਕਰਨਾ, ਉਹ ਹੋਗੀ ਇੰਟਰਪੋਲੇਸ਼ਨ। ਹੁਣ ਇਸ ਤੋਂ ਬਾਅਦ ਬੱਚੇ ਯੂਜ਼ ਕਿੱਥੇ ਹੁੰਦੀ ਆ? ਸਾਡੇ ਕੋਲ ਜਦੋਂ ਵੀ ਟਰਬੂਲੇਟਡ ਡਾਟਾ ਫਾਰਮ ਦਿੱਤਾ ਹੁੰਦਾ, ਉਹਨਾਂ ਦੇ ਰਿਜ਼ਲਟ ਅਸੀਂ ਨੇ ਫਾਈਂਡ ਕਰਨੇ ਹੁੰਦੇ ਆ, ਤਾਂ ਇੰਟਰਪੋਲੇਸ਼ਨ ਅਸੀਂ ਯੂਜ਼ ਕਰਦੇ ਹਾਂ। ਜ਼ਿਆਦਾਤਰ ਕਹਿੰਦੇ ਇਹ ਡਿਫਰੈਂਸ਼ੀਏਸ਼ਨ, ਇੰਟੀਗ੍ਰੇਸ਼ਨ ਫਾਰਮੂਲੇ ਅਤੇ ਸੋਲਿਊਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨਸ ਦੇ ਵਿੱਚ ਵੀ ਸਾਡੀ ਹੈਲਪ ਕਰਦੇ ਆ। ਨੈਕਸਟ ਬੱਚੇ ਬੇਸਿਕ ਕੰਸੈਪਟ ਇਨ ਇੰਟਰਪੋਲੇਸ਼ਨ। ਸਾਡੇ ਕੋਲ ਇਹਦਾ ਬੇਸਿਕ ਕੰਸੈਪਟ ਕੀ ਹੈ, ਜਾਂ ਕਹਿ ਲਓ ਬੱਚੇ ਇੰਟਰਪੋਲੇਸ਼ਨ ਜੋ ਅਸੀਂ ਸੋਲਵ ਕਰਾਂਗੇ ਪ੍ਰੋਬਲਮਸ, ਉਹ ਕਿਹੜੇ ਮੇਨ ਆਈਡੀਆ ਨੂੰ ਮੂਹਰੇ ਰੱਖ ਕੇ ਅਸੀਂ ਸੋਲਵ ਕਰਾਂਗੇ। ਦੇਖੋ ਹੁਣ ਅਸੀਂ ਕਿਹਾ, ਕਹਿੰਦੇ ਇੰਟਰਪੋਲੇਸ਼ਨ ਦੇ ਵਿੱਚ ਕਿਸੇ ਵੀ ਦੋ ਵੈਲਿਊ ਜਾਂ ਅਨਟੈਬੂਲੇਟਡ ਵੈਲਿਊ ਅਤੇ ਫੰਕਸ਼ਨ ਦੀ ਬਿਹੇਵ ਨੂੰ ਚੈੱਕ ਕੀਤਾ ਜਾਂਦਾ। ਹੁਣ ਜੇ ਫੰਕਸ਼ਨ ਦਾ ਬਿਹੇਵ ਚੈੱਕ ਕਰਨਾ ਤਾਂ ਉਹਦੇ ਲਈ ਸਾਨੂੰ ਕੁਛ ਨੌਲੇਜ ਤਾਂ ਹੋਵੇ ਕਿ ਫੰਕਸ਼ਨ ਦਿੱਤਾ ਕਿਹੋ ਜਿਹਾ ਹੋਇਆ, ਸਾਨੂੰ ਵੈਲਿਊ ਕਿਹੋ ਜਿਹੀਆਂ ਮਿਲ ਰਹੀਆਂ ਨੇ। ਸੋ ਸਾਡਾ ਇਹਦਾ ਜਿਹੜਾ ਪ੍ਰਿੰਸੀਪਲ ਹੈ ਇਹੀ ਕਹਿ ਰਿਹਾ ਬੱਚੇ, ਸਾਡਾ ਮੇਨ ਮੋਟਿਵ ਕੀ ਹੋਊਗਾ? ਕੋਈ ਇੱਕ ਅਸੀਂ ਨੇ ਫਾਈ ਲੱਭਣਾ, ਕੋਈ ਇਹੋ ਜਿਹਾ ਫਾਈ
ਐਕਸ ਫੰਕਸ਼ਨ ਲੱਭੋ, ਕਹਿੰਦੇ ਜਿਹਦਾ ਬਿਹੇਵ ਸਾਡੇ ਕੋਲ ਕਿਹਦੇ ਹੋਵੇ, ਐਫ ਐਕਸ ਦੇ ਸਿਮਿਲਰ ਹੋਵੇ, ਜਾਂ ਕਹਿ ਲਓ ਕਿ ਉਹਦੇ ਕੋਰਸਪੋਂਡਿੰਗ ਸਮਥਿੰਗ ਹੋਵੇ ਕਿ ਹਾਂਜੀ ਕੋਈ ਫਾਈ ਐਕਸ ਅਸੀਂ ਲੱਭਿਆ ਜਿਹਦਾ ਬਿਹੇਵ ਸਾਡੇ ਕੋਲ ਅਪਰੋਕਸ ਸੇਮ ਕਿਹਦੇ ਸੀਗਾ, ਐਫ ਆਫ ਐਕਸ ਦੇ ਇਕੁਅਲ ਸੀ। ਸੋ ਜੇ ਸਾਨੂੰ ਇਹੋ ਜਿਹਾ ਫਾਈ ਐਕਸ ਮਿਲ ਗਿਆ ਤਾਂ ਉਹਦੇ ਵਿੱਚ ਅਸੀਂ ਕਿਸੇ ਵੀ ਅਨਟੈਬੂਲੇਟਡ ਜਿਹੜਾ ਡਾਟਾ ਜਾਂ ਉਹਦੀ ਨੂਮੈਰੀਕਲ ਦੀ ਵੈਲਿਊ ਆ ਜਿਹੜੀ ਉਹ ਫਾਈਂਡ ਕਰ ਲਾਂਗੇ। ਸੋ ਰੀਡ ਕਰਦੇ ਹਾਂ, ਕਹਿੰਦੇ ਦ ਬੇਸਿਕ ਪ੍ਰਿੰਸੀਪਲ the basic principle in interpolation is that we find a simpler function phi x which assume the same value as those of fx। ਕਹਿੰਦੇ ਅਸੀਂ ਇੱਕ phi x assume ਕਰਦੇ ਹਾਂ, phi x ਮਿਲਦੇ ਆ ਜਿਹਦੀ ਵੈਲਿਊ ਸੇਮ ਹੁੰਦੀ ਹੈ ਜਿਹੋ ਜੀ fx ਤੇ ਆ for all tabulated set of point, ਜਿਵੇਂ ਕਿ ਉਹਨਾਂ ਨੇ ਪਹਿਲਾਂ ਹੀ ਡਿਫਾਈਨ ਕੀਤਾ ਹੋਇਆ। using this phi x we approx the value of fx corresponding to ਅਨਟਰਬੂਲੇਟਡ ਵੈਲਿਊ ਆਫ ਐਕਸ। ਕਹਿੰਦਾ ਜਦੋਂ ਬੱਚੇ ਸਾਨੂੰ ਮੰਨ ਲਓ 1 1 2 ਆ, 2 ਦੇ ਵਿੱਚੋਂ ਅਸੀਂ ਕਹਾ 0.5 ਤੇ ਫੰਕਸ਼ਨ ਦੀ ਵੈਲਿਊ ਚੈੱਕ ਕਰਨੀ ਆ ਤਾਂ 1 ਤੇ ਤਾਂ ਸਾਨੂੰ ਆਲਰੇਡੀ ਦਿੱਤੀ ਹੋ, 2 ਤੇ ਵੀ ਦਿੱਤੀ ਹੋ। ਜਿਹੜਾ 0.5 ਦੇ ਲਈ ਅਸੀਂ ਫਾਈਂਡ ਕਰਨੀ ਆ ਇਹਦੇ ਲਈ ਅਸੀਂ ਫਾਈ ਐਕਸ ਦਾ ਯੂਜ਼ ਕਰਾਂਗੇ ਜੋ ਅਸੀਂ ਖੁਦ ਆਪਣੇ ਵੱਲੋਂ ਅਜ਼ਿਊਮ ਕੀਤਾ ਅਤੇ ਇਹਦਾ ਜਿਹੜਾ ਬਿਹੇਵੀਅਰ ਆ ਉਹ ਸੇਮ ਆ ਕਿਹਦੇ, ਐਫ ਆਫ ਐਕਸ ਦੇ। ਇਹੀ ਆ ਬੱਚੇ ਦਾ ਬੇਸਿਕ ਪ੍ਰਿੰਸੀਪਲ। ਸੋ ਸਾਡਾ ਮੋਟਿਵ ਕੀ ਹੋਏਗਾ, ਇੱਕ ਫਾਈ ਐਕਸ ਲੱਭਣਾ ਜਿਹਦੇ ਕੋਰਸਪੋਂਡਿੰਗ ਅਸੀਂ ਫੰਕਸ਼ਨ ਐਫ ਐਕਸ ਦਾ ਬਿਹੇਵ ਆ ਜਿਹੜਾ ਉਹ ਚੈੱਕ ਕਰ ਸਕੀਏ। ਹੁਣ ਅੱਗੇ ਬੱਚੇ ਇੰਟਰਪੋਲੇਸ਼ਨ ਦੇ ਵਿੱਚ ਜਿਹੜਾ ਸਾਡਾ ਮੇਨ ਕੰਸੈਪਟ ਆਉਂਦਾ, ਸਾਰੀ ਇੰਟਰਪੋਲੇਸ਼ਨ ਕਿਹਦੇ ਉੱਤੇ ਡਿਪੈਂਡ ਕਰਦੀ ਹੈ, ਡਿਫਰੈਂਸ 'ਤੇ। ਹੁਣ ਇਹਦੇ ਵਿੱਚ ਕਿੰਨੀ ਤਰ੍ਹਾਂ ਦੇ ਡਿਫਰੈਂਸ ਅਸੀਂ ਯੂਜ਼ ਕਰਦੇ ਹਾਂ, 3 ਤਰ੍ਹਾਂ ਦੇ, ਫਾਰਵਰਡ ਡਿਫਰੈਂਸ, ਬੈਕਵਰਡ ਡਿਫਰੈਂਸ ਐਂਡ ਸੈਂਟਰਲ ਡਿਫਰੈਂਸ। ਇਹਨਾਂ ਤਿੰਨਾਂ ਦੇ ਨਾਲ ਹੀ ਅੱਗੇ ਵਿੱਚ ਮੈਥਡ ਨੇ ਜਿਹੜੇ ਉਹ ਡਰਾਈਵ ਹੋਈ ਜਾਂਦੇ ਆ, ਨਿਊਟਨ ਬੈਕਵਰਡਸ ਹੋ ਗਿਆ ਜਾਂ ਨਿਊਟਨ ਫਾਰਵਰਡ ਹੋ ਗਿਆ ਐਕਸੈਕਟਰਾ। ਪਹਿਲਾਂ ਅਸੀਂ ਸਿੰਪਲ ਜਿਹੜਾ ਡਿਫਰੈਂਸ ਆ ਉਹਨੂੰ ਰੀਡ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਬੱਚੇ ਫਾਰਵਰਡ ਡਿਫਰੈਂਸ। ਹੁਣ ਦੇਖੋ ਡਿਫਰੈਂਸ ਕੀ ਹੈ, ਕਿਸੇ ਦੋ ਚੀਜ਼ਾਂ ਦੇ ਵਿੱਚ ਕਿੰਨਾ ਅੰਤਰ ਆ, ਕਿੰਨੀਆਂ ਉਹ ਇੱਕ ਦੂਸਰੇ ਤੋਂ ਅਲੱਗ ਨੇ, ਇਹੀ ਚੀਜ਼ ਡਿਫਰੈਂਸ ਆ। ਸੇਮ ਬੱਚੇ ਅਸੀਂ ਕਿਹਾ ਇਹਦੇ ਵਿੱਚ ਟੈਬੂਲੇਟਡ ਫਾਰਮ ਦੇ ਵਿੱਚ ਡਾਟਾ ਹੋਊਗਾ, ਮੰਨ ਲਓ ਐਕਸ ਨੋਟ ਆ, x1 x2 ਅਪ ਟੂ ਸੋ 1। ਇਹਦੇ ਵਿੱਚ ਅੱਗੇ ਵਾਈ ਜਦੋਂ ਐਕਸ ਨੋਟ ਪੁੱਟ ਕੀਤਾ ਵਾਈ ਨੋਟ ਆਇਆ, ਫਿਰ y1 ਆਇਆ, y2 ਆਇਆ ਅਪ ਟੂ ਸੋ 1। ਹੁਣ ਜਦੋਂ ਅਸੀਂ ਡਿਫਰੈਂਸ ਕੱਢਾਂਗੇ ਤਾਂ ਕੀ ਕਰਾਂਗੇ, y1 ਮਾਈਨਸ ਵਾਈ ਨੋਟ, ਇਹਨਾਂ ਦੇ ਡਿਫਰੈਂਸ y2 ਮਾਈਨਸ y1 ਇਹ ਸਿਮਿਲਰ y3 ਮਾਈਨਸ y2, ਐਵੇਂ ਅੱਗੇ ਅੱਗੇ ਸੋਲਵ ਕਰੀ ਜਾਵਾਂਗੇ। ਜਿਹੜੇ ਬੱਚੇ ਡਿਫਰੈਂਸ ਹੋਣਗੇ ਕਹਿੰਦੇ ਅਸੀਂ ਇਹਨਾਂ ਨੂੰ ਜਦੋਂ ਫਾਰਵਰਡ ਡਿਫਰੈਂਸ ਹੋਊਗਾ ਤਾਂ ਪਹਿਲੇ ਡਿਫਰੈਂਸ ਨੂੰ ਅਸੀਂ ਨੇਮ ਦੇ ਦੇਣਾ ਡੈਲ ਆਫ ਵਾਈ ਨੋਟ, ਦੂਸਰੇ ਡਿਫਰੈਂਸ ਨੂੰ ਅਸੀਂ ਨੇਮ ਦੇ ਦੇਣਾ ਡੈਲ ਆਫ y1, ਤੀਸਰਾ ਡਿਫਰੈਂਸ ਹੋਏਗਾ ਸਾਡੇ ਕੋਲ ਡੈਲ ਆਫ y2। ਜਿਵੇਂ ਜਿਵੇਂ ਅੱਗੇ ਵਧੀ ਜਾਵਾਂਗੇ ਡੈਲ ਦੇ ਨਾਲ y ਦਾ ਜਿਹੜਾ ਸਬਸਕ੍ਰਿਪਟ ਉਹ ਚੇਂਜ ਹੋ ਜਾਏਗਾ, ਨੋਟ 1 2 3 ਅਪ ਟੂ ਸੋ ਔਨ। ਸੋ ਇਹ ਹੋ ਗਿਆ ਬੱਚੇ ਸਾਡੇ ਕੋਲ ਫਸਟ ਆਰਡਰ ਫਾਰਵਰਡ ਡਿਫਰੈਂਸ। ਹੁਣ ਇਹ ਤੋਂ ਅਸੀਂ ਸੈਕਿੰਡ ਆਰਡਰ ਵੀ ਕਰ ਸਕਦੇ ਹਾਂ। ਸੈਕਿੰਡ ਆਰਡਰ ਸਾਡੇ ਕੋਲ ਕਿਵੇਂ ਹੋਏਗਾ, ਕਹਿੰਦੇ ਹੁਣ ਸਾਡੀ ਲਾਈਨ ਆ ਜਿਹੜੀ ਫਸਟ ਡਿਫਰੈਂਸ ਸੀ ਉਹ ਕੀ ਹੈ, ਡੈਲ ਵਾਈ ਨੋਟ, ਡੈਲ y1, ਫਿਰ ਉਸ ਤੋਂ ਬਾਅਦ ਡੈਲ y2, ਡੈਲ y3 ਅਪ ਟੂ ਸੋ 1। ਹੁਣ ਇਹਨਾਂ ਅਗਲਾ ਡਿਫਰੈਂਸ ਕੀ ਹੋਊਗਾ, ਅਗਲਾ ਡਿਫਰੈਂਸ ਤਾਂ ਬੱਚੇ ਹੀ ਲਿਖ ਸਕਦੇ ਹਾਂ ਡੈਲ y ਮਾਈਨਸ ਡੈਲ y ਨੋਟ, ਇਹਨਾਂ ਦਾ ਡਿਫਰੈਂਸ ਡੈਲ y ਨੋਟ 2 ਮਾਈਨਸ ਡੈਲ y1। ਅੱਗੇ ਅੱਗੇ ਐਵੇਂ ਕਰੀ ਜਾਵਾਂਗੇ। ਹੁਣ ਦੇਖੋ ਇੱਥੇ ਡੈਲ ਲਿਖਿਆ, ਇਹਦੇ ਕੋਰਸਪੋਂਡਿੰਗ ਹੁਣ ਅਸੀਂ ਇਹਨੂੰ ਜੇ ਬੈਕਵਰਡ ਫਾਰਮ 'ਚ ਜਿਹੜਾ ਆਹ ਰਿਪਰਜੈਂਟ ਹੋਏਗਾ, ਹੁਣ ਇਹਨੂੰ ਰਿਪਰਜੈਂਟ ਕਿਵੇਂ ਕਰਨਾ, ਡੈਲ ਦੀ ਸਕੇਅਰ ਵਾਈ ਨੋਟ ਦੀ ਵੈਲਿਊ ਆ, ਇਹ ਵੈਲਿਊ ਸਾਡੇ ਕੋਲ ਡੈਲ ਦੀ ਸਕੇਅਰ y1 ਦੀ ਵੈਲਿਊ। ਇਸੇ ਤਰ੍ਹਾਂ ਅੱਗੇ ਅੱਗੇ ਜਿਵੇਂ ਵਧੀ ਜਾਵਾਂਗੇ ਸਬਸਕ੍ਰਿਪਟ ਇਹਨਾਂ ਦੇ ਚੇਂਜ ਹੋਈ ਜਾਣੀ ਹੈ। ਹੁਣ ਅਸੀਂ ਮੇਨ ਕੀ ਕੀਤਾ, ਨੀਚਲੀ ਵਾਲੀ ਟਰਮ 'ਚ ਉੱਪਰਲੀ ਮਾਈਨਸ ਕੀਤੀ, ਉਹਨਾਂ ਨੂੰ ਲਿਖੀ ਗਿਆ ਅਤੇ ਉਹਨਾਂ ਦੇ ਨੇਮ ਦੇ ਲਈ ਵਿੱਚ ਡੈਲ ਡੈਲ ਡੈਲ। ਹੁਣ ਇਹਦੇ ਵਿੱਚ ਜਰਨਲ ਫਾਰਮੂਲਾ ਇਸ ਦਾ ਮਤਲਬ ਕੀ ਬਣ ਰਿਹਾ, ਕਹਿੰਦੇ ਜਦੋਂ ਵੀ ਅਸੀਂ ਡੈਲ ਵਾਈ ਆਰ ਦੀ ਵੈਲਿਊ ਕੱਢਣੀ ਆ ਤਾਂ ਜਿਹੜੀ ਇੱਕ ਨੈਕਸਟ ਟਰਮ ਹੋਏਗੀ ਉਹਦੇ ਵਿੱਚੋਂ ਵਾਈ ਆਫ ਆਰ ਮਾਈਨਸ ਕਰ ਦੇਣਾ। ਦੇਖੋ ਐਵੇਂ ਕੀਤਾ, ਜਦੋਂ ਅਸੀਂ ਡੈਲ ਵਾਈ ਨੋਟ ਕੀਤਾ, ਵਾਈ ਨੋਟ ਦੀ ਮਤਲਬ ਕੀ ਕੀਤਾ, y1 ਮਾਈਨਸ ਵਾਈ ਆਫ ਨੋਟ, y1 ਮਾਈਨਸ ਵਾਈ ਨੋਟ ਮਤਲਬ ਅਗਲੀ ਟਰਮ 'ਚ ਉਹ ਟਰਮ ਕੀ ਕਰਤੀ, ਮਾਈਨਸ ਕਰਤੀ। ਸੋ ਇਹ ਹੋਏਗਾ ਫਾਰਵਰਡ ਡਿਫਰੈਂਸ ਦਾ ਜਰਨਲ ਫਾਰਮੂਲਾ। ਹੁਣ ਇਹਦਾ ਟੇਬਲ ਕੀ ਹੈ ਬੱਚੇ, ਕਿਉਂਕਿ ਜਦੋਂ ਅਸੀਂ ਫਾਰਵਰਡ ਡਿਫਰੈਂਸ ਨੂੰ ਤਾਂ ਇਹਦੇ ਟੇਬਲ ਦੇ ਥਰੂ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ। ਦੇਖੋ ਇਹ ਹੈ ਸਾਡੇ ਕੋਲ ਫਾਰਵਰਡ ਡਿਫਰੈਂਸ ਟੇਬਲ, ਐਕਸ ਨੋਟ x1 x2 x3 x4 ਆ, y ਨੋਟ y1 y2 y3 y4 ਆ। ਹੁਣ ਇਹਨਾਂ ਦੋਹਾਂ ਦਾ ਡਿਫਰੈਂਸ ਡੈਲ
वाई नॉट, इन्होंने दोहां का डिफरेंस del y1, इन्होंने दोहां का डिफरेंस del y2, इन्होंने दोहां का डिफरेंस del y3। अगे सैकेंड ऑर्डर del स्केयर y नॉट, del स्केयर y1, del स्केयर y2। हुण इत्थे जदों असीं बच्चे फॉरवर्ड डिफरेंस करते हैं तो जिहड़ा y नॉट आ वो की रहिंदा फिक्स रहिंदा, क्योंकि असीं इहदे विच उप्पर तो लैके नीचे वाल नूं मूव करते हैं। सो उपरली क्वांटिटी नूं असीं फिक्स रखते हैं। देखो y नॉट y नॉट y नॉट y नॉट, अगे फिर y1 y1 y1, फिर y2 y2 y3, इवें डिक्रीज़ होई जांदा। सो लास्ट वैल्यू जिहड़ी वो रिड्यूस होंदी आ। ये साडे कोल फॉरवर्ड डिफरेंस टेबल। इस तो बाद बच्चे साडे कोल करना असीं ने बैकवर्ड डिफरेंस। हुण बैकवर्ड डिफरेंस की होएगा, कहंदे डिफरेंस बच्चे सेम रहिंदा, जिवें असीं यही प्रोसैस कीती है y नॉट y1 माइनस y नॉट y2 माइनस y1, बट इहनूं लिखण दा वे बदल जांदा। हुण असीं इहनूं की लिखांगे, जो फस्ट एलीमेंट है इहनूं लिखांगे del y1, फिर अगले डिफरेंस में असीं की लिखांगे del y2। देखो पहला असीं स्टार्ट कित्थों कीता del y नॉट तो, हुण असीं कित्थों स्टार्ट करांगे y1 तो y2 अप टू सो वन। ਜਦੋਂ ਹੁਣ ਤੁਸੀਂ ਇਹਦੀ ਵੀ ਵਿੱਚ ਜਰਨਲ ਟਰਮ ਦੇਖੋਗੇ, ਹੁਣ ਦੇਖੋ ਅਸੀਂ ਇੱਕ ਨੈਕਸਟ ਲਿਖ ਰਹੇ ਹਾਂ ਤਾਂ ਇਹਦੀ ਜਿਹੜੀ ਜਰਨਲ ਟਰਮ ਆ ਉਹ ਕੁਛ ਇਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ ਅਸੀਂ del वाई आर इज़ इक्वल टू वाई आर माइनस 1। देखो जे असी इत्थे y1 लिखिया तो यदा मतलब कि सी y1 माइनस y नॉट, इनू एज इट इज़ उरे लिखिया तो इस तो बाद एक प्रीवियस टर्म लिखी। जिमें हुण del y2 लिखिया तो del y2 नूं असीं की लिखना y2 माइनस y ऑफ 1 लिखना। तब ये की सीगा सेम आ वाली टर्म तो इक्के तो प्रीवियस टर्म। सो इत्थे भी साडे कोल जरनल फॉर्म की बनाई है, कहते वाई आर माइनस 1। सेम असीं सैकेंड ऑर्डर कर सकते हैं, थर्ड ऑर्डर अप टू सो वन। इहदा भी डिफरेंस टेबल जिहड़ा बच्चों साडे कोल कुछ इस तरह का बनेगा। देखो ये आ साडे कोल बैकवर्ड डिफरेंस टेबल। ये पहली वैल्यू y1 माइनस y नॉट del y1, फिर del y2, del y3, del y4, फिर अगले ऑर्डर दे विच पहलियां दो टर्म्स का, फिर अगलियां दो टर्म का डिफरेंस, फिर अगलियां। बस हुण ध्यान रखांगे कि बैकवर्ड डिफरेंस आ तो इहदे विच जिहड़ी लास्ट टर्म आ वो फिक्स रहूगी। फॉरवर्ड दे विच y नॉट फिक्स सी, फस्ट टर्म फिक्स सी, इहदे विच असीं पिछों तो अगे नूं आ रहे हैं तो इहदे विच लास्ट टर्म y नॉट आ जिहड़ी हो की रहेगी फिक्स रहेगी, del y नॉट 4 y4 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 y4। अगे है बच्चे सेंट्रल डिफरेंस। सेंट्रल डिफरेंस की रिप्रजेंटेशन की होएगी, देखो डिफरेंस तो सेम आ कि y1 माइनस y नॉट करना, y2 माइनस y1 करना, बट इनू लिखण का तरीका बदल जाता बच्चे। जो असीं फस्ट लिखिया तो del y नॉट, फिर अगला लिखिया बैकवर्ड तो del y1। हुण जो असीं सेंट्रल लिखांगे तो इसे डिफरेंस नूं जो इस तरह लिखता del y1/2 तो हुण ये किहदी नोटेशन होगी सेंट्रल डिफरेंस दी। हुण देखो जो सेंट्रल डिफरेंस आ असीं क्या फॉरवर्ड दे विच पहली लाइन फिक्स रहिंदी आ, बैकवर्ड दे विच पिछली वेरीएबल सेम रहिंदा। हुण जिहड़ा सेंटर हो फिर उहदे विच हॉरीजॉन्टल लाइन वाला सेंटर वाला एलीमेंट की रहूगा फिक्स रहूगा। इहदी वैल्यू देख लेने इहदा डिफरेंस टेबल, इस तरह का डिफरेंस टेबल बनेगा। देखो del y1/2, del स्केयर y1, del स्केयर 3y। हरेक टाइम तुसीं देखोगे इहदे विच हाफ का की हो रहा इंक्रीमेंट हो रहा बच्चे, हाफ 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 हाफ। इसका मतलब असी जी भी क्वांटिटी वो 1/2 ऐड करके असी नैक्सट आ जी वो वैल्यू सानू मिल जूगी। ये सीगा सेंट्रल डिफरेंस टेबल। तो जे ये जनरल टर्म की गल करिए तो जनरल टर्म साडे कोल सेंट्रल डिफरेंस ही होएगी इस तरह नाल। वेट, हाँ जी, ये वाली बच्चे दी सेंट्रल दी साडे कोल जनरल टर्म आ del y r इज इक्वल टू y r प्लस 1/2 माइनस y r माइनस 1/2। ये सीगे बच्चे साडे मेन डिफरेंस बैकवर्ड फॉरवर्ड ते सेंट्रल डिफरेंस। सेंट्रल दे विच हॉरीजॉन्टल लाइन फिक्स रहिंदी आ, बैकवर्ड दे विच लास्ट वाला फिक्स रहिंदा, फॉरवर्ड दे विच फस्ट y नॉट ही फिक्स रहिंदी आ। अगे हुण ये तो ही बाद एक साडे कोल इंपॉर्टेंट कंसैप्ट आउंदा बच्चे शिफ्ट ऑपरेटर एंड द एवरेज ऑपरेटर। इन्हां दोहां दा रिलेशन की है साडे डिफरेंस नाल, इहदे उत्ते मोस्टली ऑफ क्वेश्चन साडे कोल पिक हुंदे आ। कहते दो जिहड़े बच्चे वेरीएबल्स ने बहुत ज़्यादा यूज़ होंदे आ, एक तो है शिफ्ट ऑपरेटर, दूसरा एवरेज ऑपरेटर। जिहड़ा शिफ्ट ऑपरेटर आ उहनूं ई दे नाल शो किया जाता है, इस तरह जिथे भी ई पाई हुई इसका मतलब शिफ्ट ऑपरेटर की गल कर रहा। तो अगे पढ़ांगे असी एवरेज ऑपरेटर। तो एवरेज ऑपरेटर इस तरह म्यू के नाल असी रिप्रजेंट करते हैं, म्यू ये हो गया साडा एवरेज ऑपरेटर। हुण अगे बच्चे शिफ्ट ऑपरेटर नूं असीं ने अपलाई किवें करना, जो शिफ्ट ऑपरेटर की डेफिनेशन की होएगी। कहते देखो जिहड़ा शिफ्ट ऑपरेटर आ उहदे विच जदों इस तरह वैल्यू हुंदी आ,
ई दी पावर n मतलब शिफ्ट ऑपरेटर की पावर n इंटू वाई ऑफ आर। तो सानू आंसर की मिलता वाई n प्लस आर। सो जिथे भी बच्चे जिमें सानू ई दी पावर च दिता होया उस दे नाल वाई आर दिता होया तो असीं उहनूं एवें ओपन कर सकते हैं। एग्जाम्पल लैके देख लेने आ। कहते सानू मान लो शिफ्ट ऑपरेटर फाइंड करन नूं कहा बच्चे ई दी पावर 2 वाई ऑफ 3 तो आंसर कितना आ जाएगा वाई 3 प्लस 2 क्योंकि असीं यही किया ई दी पावर n वाई आर किहदे इक्वल हुंदा वाई आर प्लस n दे इक्वल हुंदा। ये सीगा साडे कोल शिफ्ट ऑपरेटर। उस तो बाद एवरेज ऑपरेटर जिन्हों म्यू के नाल दसते हैं बच्चे एवरेज ऑपरेटर वाई ऑफ आर जो असीं कड्ढना होवे तो इहदी वैल्यू की हुंदी है 1/2 वाई आर माइनस 1/2 वाई आर प्लस 1/2। देखो एवरेज की हुंदी है किसी दो क्वांटिटीज़ का मीन कड्ढना उसकी सेंटर वैल्यू कड्ढनी तो बच्चे दो नूं जो असीं सम करांगे डिवाइड बाय 2 करांगे तो साडे कोल की आ जाएगा सेंट्रल टर्म आ जाएगी उसकी एवरेज आ जाएगी। सो इस तरह असीं एवरेज फाइंड कर सकते हैं। हुण जिहड़ा इहदे विचों साडे कोल मेन बनदा वो आ बच्चे शिफ्ट ऑपरेटर दा डिफरेंस दे नाल की रिलेशनशिप आ। सब तो पहलां असीं करांगे कि साडे कोल जिहड़ा शिफ्ट ऑपरेटर आ उहदा बैकवर्ड डिफरेंस दे नाल की रिलेशन आ। बैकवर्ड ते एक बारी फॉरवर्ड एक बारी असीं सेंट्रल डिफरेंस दे नाल करांगे। सब तो पहलां असीं मान लो डील कर रहे हैं इहदी बैकवर्ड डिफरेंस दे नाल की रिलेशन आ। हुण बैकवर्ड डिफरेंस की सेंटर टर्म जो असीं लिखी सी वो इत्थे यूज़ होएगी डेल वाई आर किहदे इक्वल सीगा वाई आर माइनस 1। हुण इहदा कंपैरिजन बच्चे शिफ्ट ऑपरेटर की डेफिनेशन नाल करो। शिफ्ट ऑपरेटर की सी ई दी पावर n वाई ऑफ आर किहदे इक्वल सी वाई n प्लस आर। इनू तो एज इट इज़ रहन दो डेल ऑफ वाई आर इज़ इक्वल टू देखो हुण इत्थे कल्ला आर आ बच्चे आर दे विच प्लस n नहीं हैगा नहीं रखना तो इनू असीं एज इट इज़ रख देना n प्लस आर प्लस माइनस वाई आर माइनस 1। देखो जे उरे n की प्लेस से असीं -1 पुट कर दिए तो उरे भी की क्वांटिटी बन जूगी फिर आर माइनस 1 बन जाएगा। इसका मतलब जिहड़ी आ वाई आर माइनस 1 आ इनू किवें लिख सकते हैं ई दी पावर -1 इंटू वाई ऑफ आर। वाई आर बच्चे कॉमन निकल जाएगा बचेगा कि साडे कोल 1 माइनस ई दी पावर -1। सो जिहड़ा साडे कोल बैकवर्ड डिफरेंस आ उहदी वैल्यू किहदे इक्वल आ गई 1 माइनस ई दी पावर -1। अगेन बच्चे दोबारा देखो साडे कोल आ सीगा बैकवर्ड डिफरेंस की जनरल टर्म वाई आर माइनस 1 वाई आर की वैल्यू एज इट इज़ जिहड़ा वाई आर -1 सी इनू असीं किहदे नाल कंपैरिजन कीता शिफ्ट ऑपरेटर सीगा ई दी पावर आर n वाई आर किहदे इक्वल वाई आर प्लस n दे इक्वल। हुण इहदी आर तो एज इट इज़ आ n की प्लेस ते की आ -1 सो इनू लिख सकते हैं ई दी पावर -1 इंटू वाई ऑफ आर। यही वैल्यू इत्थे असीं सबसीट्यूट की वाई आर कॉमन निकल गया। सो दोनों साइड तो साडे कोल कंपैरिजन करके की आ गया वाई जिहड़ा बैकवर्ड डिफरेंस वो किहदे इक्वल होएगा 1 माइनस ई दी -1। उस तो बाद साडे कोल फॉरवर्ड डिफरेंस दे नाल बच्चे दा कंपैरिजन करदे आ फॉरवर्ड दे नाल की रिलेशनशिप आ। अगेन डेफिनेशन लिखांगे शिफ्ट ऑपरेटर की है ई दी पावर n वाई आर इज इक्वल टू वाई आर प्लस n दे इक्वल आ। हुण इनू असीं ने की शो करना फॉरवर्ड की जनरल टर्म वाई आर प्लस 1 माइनस वाई ऑफ आर बच्चे वाई आर प्लस 1 नूं जो इहदे नाल कंपैरिजन किया आर तो एज इट इज़ एन की प्लेस से 1 ना तो यह की बन जाएगा ई दी पावर 1 इंटू वाई ऑफ आर ई दी पावर n इंटू वाई ऑफ आर अगेन कॉमन। सो जिहड़ा साडे कोल फॉरवर्ड डिफरेंस आ वो किहदे इक्वल आ गया शिफ्ट ऑपरेटर -1 दे इक्वल। दोनों इंपॉर्टेंट ने बच्चे कि साडे कोल डेल मतलब फॉरवर्ड डिफरेंस किहदे इक्वल हुंदा E-1 बैकवर्ड किहदे हुंदा 1 माइनस ई दी पावर -1 जां ई दा इनवर्स। ਜਦੋਂ ਅਸੀਂ एग्जाम्पल सॉल्व करनी है तो ਅਸੀਂ ਇਹਨਾਂ रिजल्ट का डायरैक्ट यूज़ करांगे। इस तो बाद बच्चे सैंट्रल अगेन सैंट्रल भी असी सेम करांगे असी उहदे पहला जनरल टर्म लिख लांगे। जनरल टर्म जो लिखी तो फिर चैक किया कि एक दे विच R प्लस 1/2 आ तो यह साडे कोल शिफ्ट ऑपरेटर ई दी पावर 1/2 इंटू वाई ऑफ आर बन जाएगा। जो R माइनस 1/2 आ तो यह बन जाएगा ई दी पावर -1/2 इंटू वाई ऑफ आर। अगेन सेम स्टैप बचे फिर वाई ऑफ आर कॉमन निकल रहा तो जो साडे कोल सेंट्रल डिफरेंस आ वो किहदे इक्वल आ गया ई दी पावर 1/2 माइनस ई दी पावर -1/2। ये सीगे शिफ्ट ऑपरेटर के फाइनाइट डिफरेंस के नाल की रिलेशन ने चाहे वह बैकवर्ड आ चाहे फॉरवर्ड आ चाहे बच्चे वो सेंट्रल डिफरेंस आ। हुण अगे करना असी ने कि शिफ्ट ऑपरेटर ते
ਐਵਰੇਜ ਆਪਰੇਟਰ ਦੋਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਆ। ਹੁਣ ਇਹਦੇ ਲਈ ਪਹਿਲਾਂ ਅਸੀਂ ਪਿਕ ਕਰਾਂਗੇ ਐਵਰੇਜ ਆਪਰੇਟਰ ਦੀ ਡੈਫੀਨੇਸ਼ਨ, ਫਿਰ ਉਹਦੇ ਵਿੱਚੋਂ ਅਸੀਂ ਨੇ ਕੀ ਮਿਲ ਰਿਹਾ ਸਾਨੂੰ ਸ਼ਿਫਟ ਆਪਰੇਟਰ ਦੇ ਰਿਲੇਟਡ ਉਹ ਚੈੱਕ ਕਰਾਂਗੇ। ਦੇਖੋ ਐਵਰੇਜ ਦੀ ਤਾਂ ਜਨਰਲ ਟਰਮ ਆ ਸੀ mu of r yr is equal to 1/2 yr minus 1/2 plus yr plus 1/2। ਅਗੇਨ ਵਿੱਚ ਇਹਦੀ ਥਾਂ 'ਤੇ ਤਾਂ ਅਸੀਂ ਲਿਖ ਸਕਦੇ ਹਾਂ e ਦੀ ਪਾਵਰ -1/2 ਇੰਟੂ y of r, ਇਹਦੀ ਪਲੇਸ 'ਤੇ ਲਿਖ ਸਕਦੇ ਹਾਂ e ਦੀ ਪਾਵਰ 1/2 ਇੰਟੂ y of r ਡਿਵਾਈਡ ਬਾਏ ਜਿਹੜਾ ਬਾਹਰ 2 ਪਿਆ ਸੀ। ਹੁਣ ਉੱਪਰੋਂ ਤਾਂ y of r ਕਾਮਨ ਨਿਕਲ ਰਿਹਾ, ਜਦੋਂ ਵਿੱਚ y of r ਕਾਮਨ ਨਿਕਲ ਗਿਆ e ਦਾ ਵੀ ਤੁਸੀਂ ਐਲਸੀਐਮ ਲੈ ਸਕਦੇ ਹੋ ਜੇ ਲੈਣਾ ਚਾਹੁੰਦੇ ਹੋ, ਨਹੀਂ ਲੈਣਾ ਚਾਹੁੰਦੇ ਤਾਂ yr ਦੋਨੋਂ ਸਾਈਡ 'ਤੇ ਕੱਟ ਹੋ ਜਾਏਗਾ। ਮਿਊ ਦੀ ਵੈਲਿਊ ਕੀ ਦੇਖੋ ਆ ਜਾਏਗੀ 1/2 e ਦੀ ਪਾਵਰ 1/2 ਪਲੱਸ e ਦੀ ਪਾਵਰ -1/2। ਸੋ ਮਿਊ 'ਤੇ ਜਿਹੜਾ ਸਾਡੇ ਕੋਲ e ਆ ਜਾਂ ਕਹਿ ਲਓ ਸ਼ਿਫਟ ਆਪਰੇਟਰ 'ਤੇ ਜਿਹੜਾ ਐਵਰੇਜ ਆਪਰੇਟਰ ਆ ਉਹਨਾਂ ਦੋਹਾਂ ਨੂੰ ਅਸੀਂ ਇਸ ਤਰ੍ਹਾਂ ਰਿਲੇਟ ਕਰ ਸਕਦੇ ਹਾਂ। ਅੱਗੇ ਵਿੱਚ ਅਸੀਂ ਡਿਫਰੈਂਸ ਟੇਬਲ ਡਿਸਕਸ ਕਰ ਚੁੱਕੇ ਹਾਂ, ਫਾਰਵਰਡ ਦਾ ਕੀ ਹੋਏਗਾ, ਬੈਕਵਰਡ ਦਾ ਕੀ ਹੋਏਗਾ। ਨੈਕਸਟ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਬੈਕਵਰਡ, ਫਾਰਵਰਡ ਜਾਂ ਸੈਂਟਰਲ ਦੇ ਅਸੀਂ ਨਿਊਮੈਰੀਕਲ ਆ ਜਿਹੜੇ ਉਹ ਕਿਵੇਂ ਸੋਲਵ ਕਰਾਂਗੇ, ਉਹਨਾਂ ਦਾ ਯੂਜ਼ ਕਿਵੇਂ ਕਰਾਂਗੇ ਜਾਂ ਉਹਨਾਂ ਦੀ ਵੈਲਿਊ ਕਿਵੇਂ ਫਾਈਂਡ ਕਰਾਂਗੇ। ਥੈਂਕ ਯੂ ਫॉर ਵਾਚਿੰਗ।